ਹੈਲੋ एवरीवन ਵੈਲਕਮ ਟੂ ਪੀਵੀਐਸ ਕਲਾਸਿਸ। ਅੱਜ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਮਾਰਕਫੈਟ ਦੀਆਂ ਨਵੀਆਂ ਪੋਸਟਾਂ ਦੀ। ਮਾਰਕਫੈਟ ਦੇ ਵਿੱਚ ਕੀ 227 ਪੋਸਟਾਂ ਦੀ ਨਵੀਂ ਭਰਤੀ ਆਈ ਹੈ। ਇਹਦੇ ਵਿੱਚ ਕਿਹੜੀਆਂ ਪੋਸਟਾਂ ਨੇ, ਕੀ ਐਲੀਜੀਬਿਲਟੀ ਹੈ, ਐਕਸਪੀਰੀਅੰਸ ਕਿਵੇਂ ਦਾ ਚਾਹੀਦਾ ਹੈ ਤੇ ਆਨਲਾਈਨ ਫਾਰਮ ਕਿਵੇਂ ਫਿਲ ਕਰਨਾ, ਇਹਦੇ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਜਾਵੇਗੀ। ਤੁਹਾਡੇ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ, ਟਵਿੱਟਰ, ਇੰਸਟਾਗ੍ਰਾਮ, ਟੈਲੀਗ੍ਰਾਮ ਤੇ ਫੋਲੋ ਕਰ ਸਕਦੇ ਹੋ। ਹਰ ਜਗ੍ਹਾ ਤੇ ਸਾਡਾ ਇੱਕੋ ਯੂਜ਼ਰ ਨੇਮ ਹੈ ਪੀਵੀਐਸ ਕਲਾਸਿਸ। ਤਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਪੋਸਟਾਂ ਇਹਦੇ ਵਿੱਚ ਸ਼ਾਮਿਲ ਹਨ। ਤਾਂ ਡਿਪਟੀ ਚੀਫ ਅਕਾਊਂਟਸ ਆਫਿਸਰ ਦੀਆਂ 2 ਪੋਸਟਾਂ ਨੇ, ਸੀਨੀਅਰ ਅਕਾਊਂਟਸ ਆਫਿਸਰ ਦੀਆਂ 9 ਪੋਸਟਾਂ ਨੇ, ਅਸਿਸਟੈਂਟ ਅਕਾਊਂਟਸ ਆਫਿਸਰ ਦੀਆਂ 8 ਪੋਸਟਾਂ ਨੇ, ਅਸਿਸਟੈਂਟ ਅਕਾਊਂਟੈਂਟ ਦੀਆਂ 62 ਨੇ, ਅਸਿਸਟੈਂਟ ਸੇਲਸ ਆਫਿਸਰ ਦੀਆਂ 18 ਨੇ, ਅਸਿਸਟੈਂਟ ਫੀਲਡ ਆਫਿਸਰ ਦੀਆਂ 67 ਪੋਸਟਾਂ ਨੇ ਤੇ ਸੇਲਸਮੈਨ ਦੀਆਂ 61 ਪੋਸਟਾਂ ਨੇ। ਤਾਂ ਕੈਟਾਗਰੀ ਵਾਈਜ਼ ਕਿੰਨੀਆਂ ਪੋਸਟਾਂ ਨੇ ਤੁਹਾਡੇ ਲਈ, ਤਾਂ ਉਹ ਤੁਸੀਂ ਅਫੀਸ਼ੀਅਲ ਨੋਟੀਫਿਕੇਸ਼ਨ ਤੋਂ ਚੈੱਕ ਕਰ ਸਕਦੇ ਹੋ। ਇਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਤਾਂ ਐਲੀਜੀਬਿਲਟੀ ਕੀ ਹੈ, ਤਾਂ ਡਿਪਟੀ ਚੀਫ ਅਕਾਊਂਟਸ ਆਫਿਸਰ ਦੇ ਲਈ ਕੀ ਹੈ, ਬੀਕਾਮ ਕੀਤੀ ਹੋਵੇ ਫਰਸਟ ਡਿਵੀਜ਼ਨ ਦੇ ਵਿੱਚ, ਚਾਰਟਰਡ ਅਕਾਊਂਟੈਂਟ ਦਾ ਕੋਰਸ ਕੀਤਾ ਹੋਵੇ ਜਾਂ ਕਾਸਟ ਅਕਾਊਂਟੈਂਟ ਦਾ ਕੀਤਾ ਹੋਵੇ, 5 ਸਾਲ ਦਾ ਐਕਸਪੀਰੀਅੰਸ ਹੋਵੇ ਤੇ ਐਮਐਸ ਆਫਿਸ ਦੀ ਜਾਣਕਾਰੀ ਹੋਵੇ। ਸੀਨੀਅਰ ਅਕਾਊਂਟਸ ਆਫਿਸਰ ਦੇ ਲਈ ਵੀ ਬੀਕਾਮ ਕੀਤੀ ਹੋਵੇ ਫਰਸਟ ਡਿਵੀਜ਼ਨ ਦੇ ਵਿੱਚ, ਚਾਰਟਰਡ ਅਕਾਊਂਟੈਂਟ ਦਾ ਕੋਰਸ ਕੀਤਾ ਹੋਵੇ, ਐਮਐਸ ਆਫਿਸ ਦੀ ਜਾਣਕਾਰੀ ਹੋਵੇ ਤੇ 2 ਸਾਲ ਦਾ ਐਕਸਪੀਰੀਅੰਸ ਹੋਵੇ। ਇਸ ਤੋਂ ਇਲਾਵਾ ਅਸਿਸਟੈਂਟ ਅਕਾਊਂਟਸ ਆਫਿਸਰ ਦੇ ਲਈ ਕੀ ਹੈ, ਐਮਕਾਮ ਦੇ ਨਾਲ 3 ਸਾਲ ਦਾ ਐਕਸਪੀਰੀਅੰਸ ਹੋਵੇ ਜਾਂ ਫਿਰ ਬੀਕਾਮ ਦੇ ਨਾਲ 9 ਸਾਲ ਦਾ ਐਕਸਪੀਰੀਅੰਸ ਹੋਵੇ। ਦੋਵਾਂ ਚੋਂ ਕੋਈ ਇੱਕ ਚੀਜ਼ ਹੋਵੇ। ਜੇ ਐਮਕਾਮ ਹੈ ਤਾਂ 3 ਸਾਲ ਦਾ ਐਕਸਪੀਰੀਅੰਸ, ਜੇ ਬੀਕਾਮ ਹੈ ਤਾਂ 9 ਸਾਲ ਦਾ ਐਕਸਪੀਰੀਅੰਸ, ਨਾਲ ਹੀ ਐਮਐਸ ਆਫਿਸ ਦੀ ਜਾਣਕਾਰੀ ਹੋਵੇ। ਇਹ ਜੋ ਪੋਸਟਾਂ ਨੇ ਅੱਗੇ, ਇਹਨਾਂ ਲਈ ਐਕਸਪੀਰੀਅੰਸ ਨਹੀਂ ਚਾਹੀਦਾ। ਇਹ ਪੋਸਟਾਂ ਫਰੈਸ਼ਰਸ ਲਈ ਨੇ। ਅਸਿਸਟੈਂਟ ਅਕਾਊਂਟੈਂਟ ਦੀ ਪੋਸਟ ਹੈ ਜੋ, ਉਹਦੇ ਲਈ ਬੀਕਾਮ ਚਾਹੀਦੀ ਹੈ ਫਰਸਟ ਡਿਵੀਜ਼ਨ ਦੇ ਵਿੱਚ, ਨਾਲ ਹੀ ਕੰਪਿਊਟਰ ਕੋਰਸ ਕੀਤਾ ਹੋਵੇ, O ਲੈਵਲ ਸਰਟੀਫਿਕੇਟ। ਅਸਿਸਟੈਂਟ ਸੇਲਸ ਆਫਿਸਰ ਦੇ ਲਈ ਵੀ ਫਰੈਸ਼ਰਸ ਅਪਲਾਈ ਕਰ ਸਕਦੇ ਨੇ। ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਫੀਲਡ ਦੇ ਵਿੱਚ, ਗ੍ਰੈਜੂਏਸ਼ਨ ਕਿਸੇ ਵੀ ਸਬਜੈਕਟ ਦੇ ਵਿੱਚ, ਬੀਕਾਮ, ਬੀਟੈਕ, ਬੀਐਸਸੀ, ਕੋਈ ਵੀ ਸਬਜੈਕਟ ਤੁਹਾਡਾ ਗ੍ਰੈਜੂਏਸ਼ਨ ਦੇ ਵਿੱਚ ਹੋਵੇ, ਬਟ ਨਾਲ ਤੁਸੀਂ 1 ਸਾਲ ਦਾ ਮਾਰਕੀਟਿੰਗ ਦਾ ਡਿਪਲੋਮਾ ਕੀਤਾ ਹੋਵੇ ਜਾਂ ਫਿਰ MBA ਕੀਤੀ ਹੋਵੇ ਮਾਰਕੀਟਿੰਗ ਦੇ ਵਿੱਚ, ਨਾਲ ਐਮਐਸ ਆਫਿਸ ਦੀ ਜਾਣਕਾਰੀ ਹੋਵੇ। ਇਸ ਤੋਂ ਇਲਾਵਾ ਅਸਿਸਟੈਂਟ ਫੀਲਡ ਆਫਿਸਰ ਦੇ ਵਿੱਚ ਕੀ ਹੈ, BSc ਐਗਰੀਕਲਚਰ ਕੀਤੀ ਹੋਵੇ ਸੈਕਿੰਡ ਡਿਵੀਜ਼ਨ ਦੇ ਵਿੱਚ, ਘੱਟੋ ਘੱਟ ਸੈਕਿੰਡ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਹੋਵੇ, ਐਮਐਸ ਆਫਿਸ ਦੀ ਜਾਣਕਾਰੀ ਹੋਵੇ। ਤੇ ਸੇਲਸਮੈਨ ਦੇ ਲਈ ਵੀ ਕੀ ਹੈ ਕਿ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਫੀਲਡ ਦੇ ਵਿੱਚ। ਇਹਦੇ ਲਈ ਕੋਈ MBA, BCom ਕੁਝ ਵੀ ਰਿਕੁਆਇਰਡ ਨਹੀਂਗਾ, ਤੁਸੀਂ ਬਸ ਗ੍ਰੈਜੂਏਸ਼ਨ ਕੀਤੀ ਹੋਵੇ, ਸਬਜੈਕਟ ਕੋਈ ਵੀ ਹੋਵੇ, BCom ਹੋਵੇ, BTech ਹੋਵੇ, BSc, ਕੋਈ ਵੀ ਸਬਜੈਕਟ ਤੁਹਾਡਾ ਹੋ ਸਕਦਾ ਹੈ, BA ਵੀ ਹੋ ਸਕਦੀ ਹੈ, ਸਾਰੇ ਐਲੀਜੀਬਲ ਨੇ ਸੇਲਸਮੈਨ ਦੇ ਲਈ। ਸੈਕਿੰਡ ਡਿਵੀਜ਼ਨ ਦੇ ਵਿੱਚ ਘੱਟੋ ਘੱਟ ਕੀਤੀ ਹੋਵੇ ਤੇ ਐਮਐਸ ਆਫਿਸ ਦੀ ਜਾਣਕਾਰੀ ਹੋਵੇ। ਇਹ 4 ਹੀ ਪੋਸਟਾਂ ਨੇ ਜੋ ਇਹ ਫਰੈਸ਼ਰਸ ਲਈ ਨੇ, ਇਹਦੇ ਲਈ ਕੋਈ ਐਕਸਪੀਰੀਅੰਸ ਨਹੀਂ ਚਾਹੀਦਾ। ਅੱਗੇ ਗੱਲ ਕਰਦੇ ਹਾਂ ਕਿ ਫਰਸਟ ਡਿਵੀਜ਼ਨ, ਸੈਕਿੰਡ ਡਿਵੀਜ਼ਨ ਇਹ ਕਿਵੇਂ ਚੈੱਕ ਕਰੀਦਾ ਹੈ। ਤਾਂ ਜਿਨ੍ਹਾਂ ਦੇ ਵੀ ਮਾਰਕਸ 60% ਨੇ ਜਾਂ 60% ਤੋਂ ਜ਼ਿਆਦਾ ਨੇ, ਉਹ ਸਾਰੇ ਫਰਸਟ ਡਿਵੀਜ਼ਨ 'ਚ ਨੇ। ਜੇ ਤੁਹਾਡੇ ਮਾਰਕਸ 59% ਨੇ ਤਾਂ ਤੁਸੀਂ ਫਰਸਟ ਡਿਵੀਜ਼ਨ 'ਚ ਨਹੀਂ ਹੋ। ਤੁਹਾਡੇ ਮਾਰਕਸ ਘੱਟੋ ਘੱਟ 60% ਜਾਂ ਫਿਰ 60% ਤੋਂ ਜ਼ਿਆਦਾ ਹੋਣੇ ਚਾਹੀਦੇ ਨੇ। ਤੇ ਸੈਕਿੰਡ ਡਿਵੀਜ਼ਨ ਕੀ ਹੁੰਦੀ ਹੈ, ਜਿਨ੍ਹਾਂ ਦੇ ਵੀ ਮਾਰਕਸ 45% ਤੋਂ ਲੈ ਕੇ 60% ਦੇ ਵਿੱਚ ਨੇ, ਉਹ ਸਾਰੇ ਸੈਕਿੰਡ ਡਿਵੀਜ਼ਨ ਦੇ ਵਿੱਚ ਨੇ। ਜੇ ਤੁਹਾਡੇ ਮਾਰਕਸ 44.99 ਨੇ, ਮਤਲਬ ਐਗਜ਼ੈਕਟਲੀ 45% ਨਹੀਂ ਬਣਦੇ, ਤਾਂ ਤੁਸੀਂ ਸੈਕਿੰਡ ਡਿਵੀਜ਼ਨ ਦੇ ਵਿੱਚ ਨਹੀਂ ਹੋ, ਤੁਸੀਂ ਥਰਡ ਡਿਵੀਜ਼ਨ ਦੇ ਵਿੱਚ ਹੋ। ਤਾਂ ਡਿਵੀਜ਼ਨ ਐਵੇਂ ਚੈੱਕ ਕਰਨੀ, ਤੁਸੀਂ ਆਪਣਾ ਦੇਖ ਲੈਣਾ ਹੈ ਕਿ ਗ੍ਰੈਜੂਏਸ਼ਨ 'ਚ ਤੁਹਾਡੀ ਡਿਵੀਜ਼ਨ ਕਿਹੜੀ ਬਣਦੀ ਪਈ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਕੀ ਫਰੈਸ਼ਰਸ ਅਪਲਾਈ ਕਰ ਸਕਦੇ ਨੇ। ਹਾਂਜੀ, ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ 4 ਪੋਸਟਾਂ ਨੇ, ਅਸਿਸਟੈਂਟ ਅਕਾਊਂਟੈਂਟ ਦੀਆਂ, ਅਸਿਸਟੈਂਟ ਸੇਲਸ ਆਫਿਸਰ ਦੀਆਂ, ਅਸਿਸਟੈਂਟ ਫੀਲਡ ਆਫਿਸਰ ਦੀਆਂ ਤੇ ਸੇਲਸਮੈਨ ਦੀਆਂ। ਇਹ 4 ਪੋਸਟਾਂ ਫਰੈਸ਼ਰਸ ਲਈ ਹਨ। ਇਹਨਾਂ ਲਈ ਕੋਈ ਵੀ ਐਕਸਪੀਰੀਅੰਸ ਨਹੀਂ ਹੈ। ਐਕਸਪੀਰੀਅੰਸ ਸਰਟੀਫਿਕੇਟ ਕਿਹੜਾ ਵੈਲਿਡ ਹੈ, ਤਾਂ ਕੋਈ ਵੀ ਗਵਰਨਮੈਂਟ ਇੰਸਟੀਚਿਊਟ ਜਾਂ ਫਿਰ ਕੋਈ ਰੈਪੂਟੇਟਡ ਬਿਜ਼ਨਸ, ਉਹਨਾਂ ਦੇ ਸਾਰੇ ਜਿਹੜੇ ਐਕਸਪੀਰੀਅੰਸ ਸਰਟੀਫਿਕੇਟਸ ਨੇ ਉਹ ਵੈਲਿਡ ਨੇ। ਅਪਰ ਏਜ ਲਿਮਿਟ ਦੀ ਗੱਲ ਕਰੀਏ ਤਾਂ ਅਪਰ ਏਜ ਲਿਮਿਟ 1 ਜਨਵਰੀ 2021 ਤੋਂ ਕਾਊਂਟ ਹੋਣੀ ਹੈ। ਉਸ ਤੋਂ ਪਹਿਲਾਂ ਤੁਹਾਡੀ ਏਜ ਕਾਊਂਟ ਹੋਣੀ ਹੈ, ਠੀਕ ਹੈ, 1 ਜਨਵਰੀ 2021 ਤੱਕ। ਤਾਂ ਜਨਰਲ ਦੇ ਲਈ 37 ਸਾਲ ਹੈ, SC ST ਤੇ BC ਕੈਟਾਗਰੀ ਦੇ ਲਈ 42 ਸਾਲ ਹੈ, ਪਰਸਨਸ ਵਿਦ ਡਿਸੇਬਿਲਿਟੀ ਦੇ ਲਈ 47 ਸਾਲ ਹੈ, ਡਾਈਵੋਰਸਡ ਵੂਮਨ ਤੇ ਵਿਡੋਡ ਦੇ ਲਈ 42 ਸਾਲ ਹੈ, ਸਟੇਟ ਗਵਰਨਮੈਂਟ ਦੇ EMPLOYEES ਦੇ ਲਈ ਜਾਂ ਕੋਈ ਵੀ ਸੈਂਟਰਲ ਗਵਰਨਮੈਂਟ ਦੇ EMPLOYEES ਦੇ ਲਈ 45 ਸਾਲ ਹੈ। ਇਸ ਤੋਂ ਇਲਾਵਾ ਇੱਕ ਸਰਵਿਸਮੈਨ ਦੀ ਤੁਹਾਨੂੰ ਕਾਊਂਟ ਕਰਨੀ ਦੱਸੀ ਹੈ ਕਿ ਕਿਵੇਂ ਕਾਊਂਟ ਕਰੀਦੀ ਹੈ। ਮੰਨ ਲਓ ਕਿ ਤੁਹਾਡੀ ਏਜ 45 ਇਅਰਸ ਹੈ, ਵਿੱਚੋਂ ਤੁਸੀਂ ਆਪਣੇ ਐਕਸਪੀਰੀਅੰਸ ਦੇ ਸਾਲ ਮਾਈਨਸ ਕਰ ਦੇਣੇ ਨੇ। ਮੰਨ ਲਓ 15 ਸਾਲ ਦਾ ਐਕਸਪੀਰੀਅੰਸ ਹੈ ਤਾਂ 15 ਮਾਈਨਸ ਕਰ ਦੇਣਾ ਹੈ, ਨਾਲ 3 ਹੋਰ ਮਾਈਨਸ ਕਰ ਦੇਣਾ ਹੈ, ਤੇ ਤੁਹਾਡੀ ਏਜ ਕਿੰਨੀ ਹੋ ਜਾਏਗੀ, 22 ਸਾਲ। ਇਹ ਤੁਹਾਡੀ ਇਫੈਕਟਿਵ ਏਜ ਹੋਵੇਗੀ। ਤਾਂ ਐਵੇਂ ਐਕਸ ਸਰਵਿਸਮੈਨ ਜੋ ਪੰਜਾਬ ਦੇ ਨੇ, ਉਹਨਾਂ ਨੇ ਆਪਣੀ ਇਫੈਕਟਿਵ ਏਜ ਕਾਊਂਟ ਕਰਨੀ ਹੈ। ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਕੀ ਫੀਮੇਲਸ ਅਪਲਾਈ ਕਰ ਸਕਦੇ ਨੇ। ਹਾਂਜੀ, ਫੀਮੇਲਸ ਵੀ ਅਪਲਾਈ ਕਰ ਸਕਦੀਆਂ ਨੇ। ਈਵਨ ਕਿ ਕੁਝ ਪੋਸਟਾਂ ਦੇ ਵਿੱਚ ਕੀ ਹੈ, ਫੀਮੇਲ ਦੇ ਲਈ ਰਿਜ਼ਰਵੇਸ਼ਨ ਵੀ ਹੈ।
ਤਾਂ ਫੀਮੇਲਸ ਸਾਰੀਆਂ ਪੋਸਟਾਂ 'ਤੇ ਅਪਲਾਈ ਕਰ ਸਕਦੀਆਂ ਨੇ ਜੇ ਉਹ ਐਲੀਜੀਬਲ ਹਨ ਤਾਂ। ਕੀ ਪੰਜਾਬੀ ਜ਼ਰੂਰੀ ਹੈ ਇਸ ਪੋਸਟ ਦੇ ਲਈ? ਹਾਂਜੀ, ਸਾਰੀਆਂ ਪੋਸਟਾਂ ਦੇ ਲਈ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ। ਤੁਹਾਡੀ 10ਵੀਂ ਦੇ ਵਿੱਚ ਪੰਜਾਬੀ ਪਾਸ ਕੀਤੀ ਹੋਣੀ ਕੰਪਲਸਰੀ ਹੈ, ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਕਿ ਬਾਕੀ ਸਟੇਟ ਦੇ ਕੈਂਡੀਡੇਟਸ ਵੀ ਅਪਲਾਈ ਕਰ ਸਕਦੇ ਹਨ। ਹਾਂਜੀ, ਅਪਲਾਈ ਕਰ ਸਕਦੇ ਹਨ, ਜੇਕਰ ਉਹ ਐਲੀਜੀਬਲ ਹਨ ਤਾਂ ਅਪਲਾਈ ਕਰ ਸਕਦੇ ਹਨ। ਬਸ ਪੰਜਾਬੀ ਪਾਸ ਕੀਤੀ ਹੋਵੇ 10ਵੀਂ ਦੇ ਵਿੱਚ, ਬਟ ਉਹ ਕੋਈ ਵੀ ਰਿਜ਼ਰਵੇਸ਼ਨ ਕਲੇਮ ਨਹੀਂ ਕਰ ਸਕਦੇ। ਮੰਨ ਲਓ ਕੋਈ ਹਰਿਆਣੇ ਦਾ OBC ਕੈਟਾਗਰੀ ਦਾ ਪਰਸਨ ਹੈ, ਉਹ ਅਪਲਾਈ ਕਰਦਾ ਹੈ ਪੰਜਾਬ 'ਚ, ਤਾਂ ਉਹਨੂੰ ਜਨਰਲ ਕੈਟਾਗਰੀ 'ਚ ਅਪਲਾਈ ਕਰਨਾ ਪੈਣਾ, ਉਹਨੂੰ ਕਿਸੇ ਵੀ ਤਰ੍ਹਾਂ ਦੀ ਰਿਜ਼ਰਵੇਸ਼ਨ ਨਹੀਂ ਮਿਲੇਗੀ, ਉਹਨੂੰ ਜਨਰਲ ਕੈਟਾਗਰੀ 'ਚ ਅਪਲਾਈ ਕਰਨਾ ਪੈਣਾ। ਅਪਲਾਈ ਤੁਸੀਂ ਕਰ ਸਕਦੇ ਹੋ, ਬਸ ਐਲੀਜੀਬਲ ਹੋਵੋ, ਮਤਲਬ ਡਿਗਰੀ ਵਗੈਰਾ ਜੋ ਵੀ ਉਹਨਾਂ ਨੇ ਮੰਗੀ ਹੈ, ਐਕਸਪੀਰੀਅੰਸ ਜੋ ਵੀ ਮੰਗਿਆ ਉਹ ਸਭ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਅੱਗੇ ਗੱਲ ਕਰਦੇ ਹਾਂ ਕਿ ਸਿਲੈਕਸ਼ਨ ਪ੍ਰੋਸੈਸ ਕੀ ਹੈ। ਤਾਂ ਇਹਦੇ 'ਚ ਕੀ ਆਬਜੈਕਟਿਵ ਟਾਈਪ ਦਾ ਟੈਸਟ ਹੋਵੇਗਾ, ਮਤਲਬ MCQs ਦੀ ਫਾਰਮ ਦੇ ਵਿੱਚ ਇੱਕ ਟੈਸਟ ਹੋਵੇਗਾ, ਜਿਹਦੇ 'ਚ ਕਿ ਤੁਸੀਂ ਮਿਨੀਮਮ 40% ਮਾਰਕਸ ਲੈਣੇ ਨੇ ਤੇ ਕੋਈ ਇੰਟਰਵਿਊ ਨਹੀਂ ਹੋਏਗੀ। ਲੈਂਗੁਏਜ ਕਿਹੜੀ ਹੋਏਗੀ ਐਗਜ਼ਾਮ ਦੀ? ਤਾਂ ਸਿਰਫ ਇੰਗਲਿਸ਼ ਦੇ ਵਿੱਚ ਐਗਜ਼ਾਮ ਹੋਏਗਾ, ਪੰਜਾਬੀ ਦੇ ਵਿੱਚ ਨਹੀਂ ਹੋਵੇਗਾ, ਸਿਰਫ ਇੰਗਲਿਸ਼ ਦੇ ਵਿੱਚ ਹੀ ਐਗਜ਼ਾਮ ਹੋਵੇਗਾ। MCQ ਟਾਈਪ ਐਗਜ਼ਾਮ ਹੋਵੇਗਾ। ਅੱਗੇ ਗੱਲ ਕਰਦੇ ਹਾਂ ਸਿਲੇਬਸ ਦੀ। ਤਾਂ ਪਹਿਲਾਂ ਗੱਲ ਕਰਦੇ ਹਾਂ ਸੇਲਸ ਪਰਸਨ ਦੇ ਸਿਲੇਬਸ ਦੀ, ਸੇਲਸਮੈਨ ਦੇ। ਤਾਂ ਸੇਲਸਮੈਨ ਦੇ ਲਈ ਸਾਰੇ ਹੀ ਐਲੀਜੀਬਲ ਹਨ, ਕਿਉਂਕਿ ਗ੍ਰੈਜੂਏਸ਼ਨ ਚਾਹੀਦੀ ਹੈ ਕਿਸੇ ਵੀ ਫੀਲਡ ਦੇ ਵਿੱਚ ਤੇ ਨਾਲ ਐਕਸਪੀਰੀਅੰਸ ਨਹੀਂ ਚਾਹੀਦਾ। ਸੋ ਸੇਲਸਮੈਨ ਦਾ ਸਿਲੇਬਸ ਕੀ ਹੈ? ਡਿਫਰੈਂਟ ਹੈ। 30 ਮਾਰਕਸ ਦੀ GK ਆਵੇਗੀ, 25 ਮਾਰਕਸ ਦੀ ਰੀਜ਼ਨਿੰਗ ਤੇ ਮੈਥਸ ਆਵੇਗਾ ਮਿਕਸ, ਕੰਪਿਊਟਰ ਵੀ 15 ਮਾਰਕਸ ਦਾ ਆਵੇਗਾ। ਇਸ ਤੋਂ ਇਲਾਵਾ ਇੰਗਲਿਸ਼ ਤੇ ਪੰਜਾਬੀ ਦੋਵੇਂ ਮਿਲਾ ਕੇ 30 ਮਾਰਕਸ ਦੇ ਆਉਣਗੇ। ਤਾਂ ਇਹ ਸੇਲਸਮੈਨ ਦੇ ਲਈ ਟੈਸਟ ਟੋਟਲ 100 ਮਾਰਕਸ ਦਾ ਐਗਜ਼ਾਮ ਹੋਵੇਗਾ। ਅੱਗੇ ਗੱਲ ਕਰਦੇ ਹਾਂ ਬਾਕੀ ਪੋਸਟਾਂ ਦੇ ਸਿਲੇਬਸ ਦੀ। ਤਾਂ ਸੇਲਸਮੈਨ ਤੋਂ ਬਿਨਾਂ ਬਾਕੀ ਜੋ ਵੀ ਪੋਸਟਾਂ ਨੇ ਉਹਨਾਂ ਦਾ ਸਿਲੇਬਸ ਡਿਫਰੈਂਟ ਹੈ। ਉਹਨਾਂ ਨੇ 10 ਮਾਰਕਸ ਦੀ GK ਆਵੇਗੀ ਪੇਪਰ ਦੇ ਵਿੱਚ, 10 ਮਾਰਕਸ ਦਾ ਹੀ ਮੈਥਸ ਆਵੇਗਾ, ਰੀਜ਼ਨਿੰਗ ਆਵੇਗੀ 10 ਮਾਰਕਸ ਦੀ, ਕੰਪਿਊਟਰ, ਪੰਜਾਬੀ ਲੈਂਗੁਏਜ ਤੇ ਇੰਗਲਿਸ਼, ਇਹ ਸਭ ਕੁਝ 10-10 ਮਾਰਕਸ ਦਾ ਆਵੇਗਾ। ਇਸ ਤੋਂ ਇਲਾਵਾ 40 ਮਾਰਕਸ ਦਾ ਕੀ ਆਵੇਗਾ? ਤੁਹਾਡਾ ਜੋ ਵੀ ਸਬਜੈਕਟ ਦਾ ਸਿਲੇਬਸ ਹੈ, ਜੋ ਵੀ ਤੁਹਾਡੀ ਮਤਲਬ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਤੁਹਾਡਾ ਸਿਲੇਬਸ ਬਣਦਾ ਹੈ, ਉਹ ਤੁਹਾਨੂੰ 40 ਮਾਰਕਸ ਦਾ ਆਵੇਗਾ। ਅੱਗੇ ਗੱਲ ਕਰਦੇ ਹਾਂ ਕਿ ਨੈਗੇਟਿਵ ਮਾਰਕਿੰਗ ਹੋਵੇਗੀ। ਹਾਂਜੀ, ਐਗਜ਼ਾਮ ਦੇ ਵਿੱਚ ਨੈਗੇਟਿਵ ਮਾਰਕਿੰਗ ਹੋਵੇਗੀ, 1/4 ਨੈਗੇਟਿਵ ਮਾਰਕਿੰਗ ਹੋਵੇਗੀ। MCQ ਟਾਈਪ ਪੇਪਰ ਹੋਵੇਗਾ। ਤੇ ਐਗਜ਼ਾਮ ਡੇਟ ਕੀ ਹੋਵੇਗੀ? ਤਾਂ ਐਗਜ਼ਾਮ ਡੇਟ ਅਜੇ ਤੱਕ ਨਹੀਂ ਦੱਸੀ ਗਈ ਹੈ। ਜਦੋਂ ਵੀ ਐਗਜ਼ਾਮ ਡੇਟ ਦੱਸੀ ਜਾਵੇਗੀ ਅਸੀਂ ਉਹਦੇ ਬਾਰੇ ਤੁਹਾਨੂੰ ਅਪਡੇਟ ਦੇ ਦੇਵਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਜੇ। ਐਗਜ਼ਾਮ ਸੈਂਟਰ ਕਿਹੜਾ ਹੋਵੇਗਾ? ਐਗਜ਼ਾਮ ਸੈਂਟਰ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਹੀ ਹੋਣਗੇ, ਹੋਰ ਕਿਤੇ ਵੀ ਐਗਜ਼ਾਮ ਸੈਂਟਰ ਨਹੀਂ ਹੋਵੇਗਾ। ਐਸ ਪਰ ਨੋਟੀਫਿਕੇਸ਼ਨ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਹੀ ਐਗਜ਼ਾਮ ਸੈਂਟਰ ਹੋਵੇਗਾ। ਸੈਲਰੀ ਕੀ ਹੈ? ਤਾਂ ਸਾਰੀਆਂ ਪੋਸਟਾਂ ਦੇ ਲਈ ਸੈਲਰੀ ਇੱਥੇ ਦੱਸੀ ਗਈ ਹੈ, ਜਿਵੇਂ ਕਿ ਡਿਪਟੀ ਚੀਫ ਅਕਾਊਂਟਸ ਆਫਿਸਰ ਤੇ ਸੀਨੀਅਰ ਅਕਾਊਂਟਸ ਆਫਿਸਰ ਦੋਵਾਂ ਦੀ 47,600 ਹੈ, ਅਸਿਸਟੈਂਟ ਅਕਾਊਂਟਸ ਆਫਿਸਰ ਦੀ 44,900, ਅਸਿਸਟੈਂਟ ਅਕਾਊਂਟੈਂਟ ਤੇ ਅਸਿਸਟੈਂਟ ਸੇਲਸ ਆਫਿਸਰ ਦੋਵਾਂ ਦੀ 35,400 ਸੈਲਰੀ ਹੈ, ਅਸਿਸਟੈਂਟ ਫੀਲਡ ਆਫਿਸਰ ਦੀ 25,500 ਹੈ ਤੇ ਸੇਲਸਮੈਨ ਦੀ 19,900 ਸੈਲਰੀ ਹੈ। ਕੀ ਫਾਈਨਲ ਈਅਰ ਸਟੂਡੈਂਟਸ ਅਪਲਾਈ ਕਰ ਸਕਦੇ ਨੇ? ਤੇ ਨੋਟੀਫਿਕੇਸ਼ਨ ਦੇ ਅਕੋਰਡਿੰਗ 12 ਅਪ੍ਰੈਲ 2021 ਤੱਕ ਤੁਸੀਂ ਐਲੀਜੀਬਲ ਹੋਣੇ ਚਾਹੀਦੇ ਹੋ। ਸੋ ਜੇ 12 ਅਪ੍ਰੈਲ 2021 ਤੱਕ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਨਹੀਂ ਹੋ ਰਹੀ, ਇਹਦਾ ਮਤਲਬ ਤੁਸੀਂ ਐਲੀਜੀਬਲ ਨਹੀਂ ਹੋ। ਸੋ ਤੁਸੀਂ ਐਲੀਜੀਬਲ ਨਹੀਂ ਹੋ ਜੇ ਤੁਸੀਂ ਫਾਈਨਲ ਈਅਰ ਦੇ ਵਿੱਚ ਕਰੰਟਲੀ ਹੋ ਤਾਂ। ਲਾਸਟ ਡੇਟ ਕੀ ਹੈ ਅਪਲਾਈ ਕਰਨ ਦੀ? ਤਾਂ ਫਾਰਮ ਫਿਲ ਕਰਨ ਦੀ ਲਾਸਟ ਡੇਟ 12 ਅਪ੍ਰੈਲ ਹੈ ਤੇ ਫੀਸ ਦੀ ਲਾਸਟ ਡੇਟ 16 ਅਪ੍ਰੈਲ ਹੈ। ਕੀ ਹਾਰਡ ਕਾਪੀ ਸੈਂਡ ਕਰਨੀ ਹੈ ਕਿਸੇ ਵੀ ਤਰ੍ਹਾਂ ਦੇ ਡਾਕੂਮੈਂਟਸ ਦੀ? ਤਾਂ ਫਰੈਸ਼ਰਸ ਨੇ ਕਿਸੇ ਵੀ ਤਰ੍ਹਾਂ ਦੇ ਡਾਕੂਮੈਂਟ ਸੈਂਡ ਨਹੀਂ ਕਰਨੇ। ਸਿਰਫ ਜਿਹੜੇ ਕੈਂਡੀਡੇਟਸ ਕੋਲ ਕੋਈ ਐਕਸਪੀਰੀਅੰਸ ਹੈ ਗਵਰਨਮੈਂਟ ਜਾਂ ਸੈਮੀ ਗਵਰਨਮੈਂਟ ਆਰਗੇਨਾਈਜੇਸ਼ਨ ਦਾ, ਉਹਨਾਂ ਨੇ ਆਪਣੇ ਜਿਹੜਾ ਫਾਰਮ ਫਿਲ ਕੀਤਾ ਹੈ ਉਹਦੀ ਹਾਰਡ ਕਾਪੀ ਸੈਂਡ ਕਰਨੀ ਹੈ। ਐਡਰੈਸ ਇੱਥੇ ਦਿੱਤਾ ਹੋਇਆ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ। ਇੱਥੇ ਸਿਰਫ ਐਕਸਪੀਰੀਅੰਸ ਕੈਂਡੀਡੇਟਸ ਨੇ ਆਪਣੀ ਫਾਰਮ ਦੀ ਜਿਹੜਾ ਵੀ ਐਪਲੀਕੇਸ਼ਨ ਫਾਰਮ ਹੈ ਉਹਦੀ ਹਾਰਡ ਕਾਪੀ ਸੈਂਡ ਕਰਨੀ ਹੈ। ਫਰੈਸ਼ਰਸ ਨੇ ਕੁਝ ਵੀ ਸੈਂਡ ਨਹੀਂ ਕਰਨਾ। ਅੱਗੇ ਕਿ ਐਪਲੀਕੇਸ਼ਨ ਫੀਸ ਕਿੰਨੀ ਹੈ? ਤਾਂ SC ST ਤੇ ਪਰਸਨ ਵਿਦ ਡਿਸੇਬਿਲਿਟੀਜ਼ ਦੇ ਲਈ 600 ਰੁਪਇਆ ਫੀਸ ਹੈ ਤੇ ਬਾਕੀ ਸਾਰੀਆਂ ਕੈਟੇਗਰੀਜ਼ ਜਨਰਲ ਦੇ ਲਈ, BC ਕੈਟੇਗਰੀ, ਇਕਨੋਮਿਕਲੀ ਵੀਕਰ ਸੈਕਸ਼ਨ ਸਾਰਿਆਂ ਦੇ ਲਈ 1200 ਰੁਪਇਆ ਫੀਸ ਹੈ। ਕਿਸੇ ਵੀ ਤਰ੍ਹਾਂ ਦੀ ਹੋਰ ਛੋਟ ਨਹੀਂ ਦਿੱਤੀ ਗਈ ਹੈ। ਕੀ ਇੱਕ ਤੋਂ ਜ਼ਿਆਦਾ ਪੋਸਟਾਂ ਲਈ ਅਪਲਾਈ ਕਰ ਸਕਦੇ ਹਾਂ? ਹਾਂਜੀ, ਜੇ ਤੁਸੀਂ ਐਲੀਜੀਬਲ ਹੋ ਤਾਂ ਇੱਕ ਤੋਂ ਜ਼ਿਆਦਾ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ। ਤੁਹਾਨੂੰ ਹਰੇਕ ਪੋਸਟ ਦੇ ਲਈ ਅਲੱਗ ਤੋਂ ਫਾਰਮ ਫਿਲ ਕਰਨਾ ਪਵੇਗਾ ਤੇ ਫੀਸ ਵੀ ਅਲੱਗ ਤੋਂ ਫਿਲ ਕਰਨੀ ਪਵੇਗੀ। ਮੰਨ ਲਓ ਤੁਸੀਂ 2 ਪੋਸਟਾਂ 'ਤੇ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ 2 ਵਾਰੀ ਫਾਰਮ ਫਿਲ ਕਰੋਗੇ ਤੇ 2 ਵਾਰ ਹੀ ਫੀਸ ਪੇ ਕਰੋਗੇ। ਤਾਂ ਕਿਵੇਂ ਅਪਲਾਈ ਕਰਨਾ ਹੈ? ਤਾਂ markfedpunjab.com ਵੈਬਸਾਈਟ 'ਤੇ ਤੁਸੀਂ ਅਪਲਾਈ ਕਰਨਾ ਹੈ। ਲਿੰਕ ਇਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਤੇ ਫਾਰਮ ਜੋ ਹੈ ਆਨਲਾਈਨ ਹੀ ਫਿਲ ਕੀਤਾ ਜਾਵੇਗਾ। ਐਡਮਿਟ ਕਾਰਡਸ ਵੀ ਆਨਲਾਈਨ ਹੀ ਇਸ਼ੂ ਕੀਤੇ ਜਾਣਗੇ। ਤਾਂ ਆਨਲਾਈਨ ਫਾਰਮ ਕਿਵੇਂ ਫਿਲ ਕਰਨਾ ਹੈ? ਤਾਂ ਸਾਡੀ ਪ੍ਰੀਵੀਅਸ ਕਲਾਸਿਸ ਦੀ ਐਕਸਪਰਟ ਟੀਮ ਤੁਹਾਡੀ ਫਾਰਮ ਫਿਲ ਕਰਨ ਦੇ ਵਿੱਚ ਹੈਲਪ ਕਰ ਸਕਦੀ ਹੈ, ਕਿਉਂਕਿ ਫਾਰਮ ਫਿਲ ਕਰਦੇ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ ਤੇ ਫਿਰ ਫਾਰਮ ਰਿਜੈਕਟ ਹੋ ਜਾਂਦਾ ਹੈ। ਇਸ ਕਰਕੇ ਜੇ ਤੁਸੀਂ ਹੈਲਪ ਚਾਹੁੰਦੇ ਹੋ ਤਾਂ ਸਾਨੂੰ ਫਾਰਮ ਫਿਲ ਲਿਖ ਕੇ WhatsApp ਤੇ ਮੈਸੇਜ ਕਰ ਦੇਣਾ ਹੈ। ਨੰਬਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਤਾਂ ਇਹ ਸਾਡਾ ਨੰਬਰ ਹੈ ਜਿੱਥੇ ਤੁਸੀਂ ਕਿ ਸਾਨੂੰ ਫਾਰਮ ਫਿਲ ਲਿਖ ਕੇ WhatsApp ਕਰਨਾ ਹੈ। ਕਾਲ ਵਗੈਰਾ ਨਹੀਂ ਕਰਨੀ, ਸਾਡੀ ਟੀਮ ਤੁਹਾਡੀ ਹੈਲਪ ਕਰੇਗੀ ਫਾਰਮ ਫਿਲ ਕਰਨ ਦੇ ਵਿੱਚ।
ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਕਮੈਂਟ ਕਰਕੇ ਦੱਸਿਓ। ਥੈਂਕਸ ਫॉर ਵਾਚਿੰਗ।